अस्सलाम वालेकुम जी दोस्तों, क्या हाल है। ਦੋਸਤੋ ਮਾफ़ ਕਰਨਾ, ਵੀਡੀਓ ਦੇ ਵਿੱਚ ਨਾਗੇ ਹੋ ਜਾਂਦੇ ਆ ਵਜੂਹਾਤ। ਗਰਮੀਆਂ ਦੀਆਂ ਛੁੱਟੀਆਂ ਵੀ ਆ, ਮਹਿਮਾਨ ਨਵਾਜ਼ੀ, ਮਹਿਮਾਨਦਾਰੀ, ਸਾਰੇ ਮਾਮਲਾਤ ਹੁੰਦੇ ਆ। ਔਰ ਕਿਸੇ ਹੱਦ ਤੱਕ ਵਿਲਾਗਸ ਵਗੈਰਾ ਕਰਨ ਦਾ ਤਾਲਕ ਮੂਡ ਨਾਲ ਵੀ ਹੈਗਾ ਕਿ ਹਰ ਵਕਤ ਬੰਦਾ ਇਸ ਪੋਜੀਸ਼ਨ 'ਚ ਨਹੀਂ ਹੁੰਦਾ ਕਿ ਉਹ ਗੁਫ਼ਤਗੂ ਕਰ ਸਕੇ। ਬਹਰਹਾਲ ਜਦੋਂ ਫਾਰਗ ਹੋਈਦਾ, ਜਿਹੜਾ ਕਿ ਜ਼ਿਆਦਾਤਰ ਵਕਤ ਫਾਰਗ ਹੋਈਦਾ, ਤੇ ਲੋਕਾਂ ਦੇ ਵਿਲਾਗ ਸੁਣੀਦੇ ਆ। ਪਿਛਲੇ ਦਿਨਾਂ ਦੇ ਵਿੱਚ ਇਤਫਾਕ ਨਾਲ ਕੁਝ ਐਸੇ ਵਿਲਾਗ ਸੁਣਨ ਦਾ ਇਤਫਾਕ ਹੋ ਗਿਆ ਜਿਨ੍ਹਾਂ ਨੇ ਇੱਕ ਸਮਝੋ ਪੁਰਾਣਾ ਦਰਦ ਤਾਜ਼ਾ ਕਰ ਦਿੱਤਾ, ਜਾਂ ਇੱਕ ਸਾਡੀ ਜਿਹੜੀ ਕਮੀ ਦਿਲ ਦੇ ਵਿੱਚ ਹਰ ਵਕਤ ਮਹਿਸੂਸ ਹੁੰਦੀ ਆ, ਉਸ ਚੀਜ਼ ਨੂੰ ਉਹਨਾਂ ਨੇ ਸਮਝੋ ਛੇੜ ਦਿੱਤਾ। ਉਹ ਹੈ ਸੀ ਕਿ ਸਾਡੀ ਆਪਣੀ ਮਾਦਰੀ ਜ਼ੁਬਾਨ ਔਰ ਉਹਦੀ ਬੇਵਕਤੀ। ਮੈਂ ਇੱਕ ਖਾਤੂਨ ਦੇ ਵਿਲਾਗ ਸੁਣੇ, ਮੀਸ਼ਾ ਉਹਨਾਂ ਦਾ ਨਾਮ ਆ। YouTube 'ਤੇ ਸਰਚ ਕੀਤੇ ਜਾ ਸਕਦੇ, ਪੰਜਾਬੀ ਦੇ ਨਾਮ ਨਾਲ ਤੁਸੀਂ ਸਰਚ ਕਰੋਗੇ ਤਾਂ ਤੁਹਾਨੂੰ ਮਿਲ ਜਾਣਗੇ। ਬੜੇ ਉਹਨੇ ਰਿਸਰਚ ਬੇਸਡ ਉਹਦੇ ਵਿਲਾਗਸ ਆ, 20-25 ਮਿੰਟ, ਅੱਧੇ ਘੰਟੇ ਦਾ ਵਿਲਾਗ, ਕਾਫੀ ਜ਼ਿਆਦਾ। ਔਰ ਮੈਂ ਦੇਖਿਆ ਕਿ ਉਹਦੀ ਸੁਣੇ ਵੀ ਬਹੁਤ ਜ਼ਿਆਦਾ ਲੋਕਾਂ ਨੇ ਨਾ, ਉਹ ਜਿਹੜੀ ਇੱਕ ਹੁੰਦੀ ਆ ਵਿਊਜ਼, ਉਹ ਵੀ ਬੇਸ਼ੁਮਾਰ ਆ। ਮੈਂ ਵੀ ਇਹਦੇ ਬਾਰੇ 'ਚ ਕੋਈ ਗੱਲ ਕਰਨਾ ਚਾਹੁੰਦਾ ਵਾਂ ਕਿ ਹਮੇਸ਼ਾ ਤੋਂ ਮੈਨੂੰ ਇਸ ਗੱਲ ਦਾ ਬੜਾ ਕਲਕ ਰਿਹਾ ਕਿ ਅਸੀਂ ਆਪਣੀ ਜ਼ੁਬਾਨ ਦੇ ਨਾਲ ਵਫਾ ਨਹੀਂ ਕੀਤੀ। ਹੁਣ ਜ਼ੁਬਾਨ ਨਾਲ ਬੇਵਫਾਈ ਦਾ ਆਗਾਜ਼ ਕਿੱਥੋਂ ਹੋਇਆ, ਇਸ ਗੱਲ ਦਾ ਵੀ ਕੋਈ ਪੂਰਾ ਜਿਹੜਾ ਨਾ ਉਹ ਸਾਨੂੰ ਆਈਡੀਆ ਨਹੀਂ ਹੋ ਰਿਹਾ ਕਿ ਕਿੱਥੋਂ ਜਾ ਕੇ ਅਸੀਂ ਪਟੜੀ ਤੋਂ ਉਤਰ ਗਏ ਔਰ ਅਸੀਂ ਇੱਕ ਆਪਣੀ ਜ਼ੁਬਾਨ ਜਿਹੜੀ ਆ ਉਹਨੂੰ ਲਿਖਣ ਤੋਂ ਮਹਿਰੂਮ ਹੋ ਗਏ। ਪੰਜਾਬੀ ਬੋਲਣ ਦੇ ਵਿੱਚ ਅਗਰ ਦੁਨੀਆ 'ਚ ਕਿਸੇ ਨੂੰ ਜਾ ਕੇ ਪੁੱਛਿਆ ਜਾਵੇ ਤੇ ਉਹ ਕਹਿਣਗੇ ਕਿ ਇੰਡੀਅਨ ਪੰਜਾਬ ਜਾਂ ਚੜ੍ਹਦਾ ਪੰਜਾਬ ਦੇ ਜਿਹੜੇ ਸਿੱਖ ਲੋਕ ਆ, ਉਹਨਾਂ ਦੀ ਜ਼ੁਬਾਨ ਆ ਪੰਜਾਬੀ, ਜਦਕਿ ਸਾਡੀ ਜ਼ੁਬਾਨ ਵੀ ਪੰਜਾਬੀ ਹੈ। ਹੁਣ ਇਹ ਅਲੱਗ ਬਹਿਸ ਆ ਕਿ ਬਹੁਤ ਸਾਰੇ ਲੋਕ ਜਿਹੜੇ ਮੁਸਲਮਾਨ ਹੋਏ ਆ ਪੰਜਾਬ ਦੇ ਵਿੱਚ, ਉਹ ਹਿੰਦੂ ਧਰਮ ਤੋਂ ਮੁਸਲਮਾਨ ਹੋਏ ਹੋਣਗੇ ਜਾਂ ਕੋਈ ਸਿੱਖ ਧਰਮ ਤੋਂ ਮੁਸਲਮਾਨ ਹੋਏ ਹੋਣਗੇ। ਹਾਲਾਂਕਿ ਸਿੱਖ ਮਜ਼ਹਬ ਖੁਦ ਬਹੁਤ ਪੁਰਾਣਾ ਨਹੀਂ ਹੈਗਾ, ਜ਼ੁਬਾਨ ਤੇ ਇਸ ਤੋਂ ਕਿਤੇ ਜ਼ਿਆਦਾ ਪੁਰਾਣੀ ਹੈ। ਲੇਕਿਨ ਉਸ ਵਕਤ ਤੇ ਇਹ ਜ਼ੁਬਾਨ ਲਿਖੀ ਜਾਂਦੀ ਸੀ ਔਰ ਇੰਡੀਅਨ ਪੰਜਾਬ ਦੇ ਵਿੱਚ ਅੱਜ ਵੀ ਇਹ ਜ਼ੁਬਾਨ ਲਿਖੀ ਜਾਂਦੀ ਹੈ। ਅਸੀਂ ਫਿਰ ਕਿਉਂ ਜਿਹੜੀ ਇਹਦੇ ਲਿਖਣ ਦੇ ਇੱਕ ਅੱਖਰ ਸੀਗੇ, ਅਲਫਾਬੈਟ ਸੀ, ਹਰੂਫੇ ਤਹਜੀ ਸੀਗੇ, ਅਸੀਂ ਉਹਨਾਂ ਨੂੰ ਛੋੜ ਕੇ ਤੇ ਰੋਮਨ ਦੇ ਵਿੱਚ ਕਿਉਂ ਲਿਖਣਾ ਸ਼ੁਰੂ ਕਰ ਦਿੱਤੀ ਪੰਜਾਬੀ। ਰੋਮਨ ਤੋਂ ਮੁਰਾਦ ਇਹ ਆ ਕਿ ਅਸੀਂ ਉਰਦੂ ਵਾਲੇ ਜਿਹੜੇ ਹਰੂਫੇ ਤਹਜੀ ਆ, ਅਲਫ ਬੇ ਪੇ ਤੇ, ਅਸੀਂ ਇਹਨਾਂ ਦੇ ਵਿੱਚ ਕਿਉਂ ਇਹਨੂੰ ਲਿਖਣ ਲੱਗ ਪਏ। ਅਸੀਂ ਆਪਣੇ ਜਿਹੜੇ ਤਹਜੇ ਦੇ ਗੁਰਮੁਖੀ ਵਾਲੇ ਹਰੂਫੇ ਤਹਜੀ ਸੀਗੇ, ਅਸੀਂ ਉਹਨਾਂ ਨੂੰ ਕਿਉਂ ਛੋੜ ਦਿੱਤਾ, ਜਦਕਿ ਬਾਕੀ ਸਾਰੀਆਂ ਜ਼ੁਬਾਨਾਂ ਸਾਡੇ ਮੁਲਕ ਦੇ ਵਿੱਚ ਜਿਹੜੀਆਂ ਵਾ ਉਹ ਬੇਸ਼ੱਕ ਅਲਫ ਬੇ ਪੇ ਤੇ ਦੇ ਨਾਲ ਹੀ ਲਿਖ ਹੁੰਦੀਆਂ ਵਾ, ਲੇਕਿਨ ਉਹਨਾਂ ਨੇ ਆਪਣੇ ਲਹਿਜੇ ਦੇ ਮੁਤਾਬਕ ਔਰ ਆਪਣੇ ਅਲਫਾਜ਼ ਦੇ ਮੁਤਾਬਕ, ਹਰੂਫ ਦੇ ਮੁਤਾਬਕ ਉਹਨਾਂ ਦੀ ਇੱਕ ਸ਼ਕਲ ਬਣਾ ਲਈ ਹੈ। ਜਿੱਥੇ ਉਹਨਾਂ ਨੂੰ ਜਿਹੜਾ ਲਫ਼ਜ਼ ਚਾਹੀਦਾ ਉਹਨਾਂ ਨੇ ਉਹਨੂੰ ਬਣਾ ਲਿਆ। ਹੁਣ ਇੱਕ ਪੁਰਾਣੀ ਗੱਲ ਯਾਦ ਆਉਂਦੀ ਹੈ ਕਿ ਕਿਸੇ ਵਕਤ ਬੜੀ ਟਰੈਵਲਿੰਗ ਸੀਗੀ ਮੇਰੀ ਸਿੰਧ ਵੱਲ, ਅਤੇ ਇੱਕ ਦਫਾ ਅਸੀਂ ਜਾ ਰਹੇ ਸੀ ਔਰ 3-4 ਦੋਸਤ ਸੀ ਗੱਡੀ ਵਿੱਚ। ਕਿਸੇ ਨੇ ਪੁੱਛਿਆ ਕਿ ਯਾਰ ਸਿੰਧ ਸ਼ੁਰੂ ਹੋ ਗਿਆ ਹਜੇ ਜਾਂ ਨਹੀਂ ਹੋ ਗਿਆ। ਮੇ ਵੀ ਸਾਦਕਾਬਾਦ ਦੇ ਇਲਾਕੇ 'ਚ ਅਸੀਂ ਹੋਵਾਂਗੇ ਉਦੋਂ, ਉਹ ਅੱਗੇ ਜਾ ਕੇ 15-20 ਕਿਲੋਮੀਟਰ ਦੇ ਸਿੰਧ ਸ਼ੁਰੂ ਹੋ ਜਾਂਦਾ। ਤੋ ਇੱਕ ਦੋਸਤ ਬੋਲਿਆ, ਉਹਨੇ ਕਹਿੰਦਾ ਬਸ ਭਾਈ ਦਾएं ਬਾएं ਧਿਆਨ ਰੱਖੋ, ਇਹ ਜਿਹੜੇ ਦੁਕਾਨਾਂ 'ਤੇ ਬੋਰਡ ਲਿਖੇ ਆ, ਜਦੋਂ ਦੇਖੋ ਕਿ ਪੰਡ ਨੁਕਤਿਆਂ ਦੀ ਆ ਗਈ ਆ ਹਰਫਾਂ ਦੇ ਉੱਤੇ, ਤੇ ਸਮਝੋ ਸਿੰਧ ਸ਼ੁਰੂ ਹੋ ਗਿਆ। ਚਲੋ ਯਾਰ, ਸਿੰਧੀਆਂ ਨੇ ਇਹ ਕੰਮ ਤੇ ਕੀਤਾ ਨਾ ਕਿ ਉਹਨਾਂ ਨੇ ਆਪਣਾ ਲਹਿਜਾ ਅਦਾ ਕਰਨ ਵਾਸਤੇ ਬੇ ਦੇ ਉੱਤੇ, ਟੇ ਦੇ ਉੱਤੇ, ਜਾਂ ਜਿੱਥੇ ਵੀ ਉਹਨਾਂ ਨੂੰ ਲੋੜ ਪਈ ਉਹਨਾਂ ਨੇ ਪੰਡ ਨੁਕਤਿਆਂ ਦੀ ਪਾਤੀ। ਉਹ ਪੰਡ ਨੁਕਤਿਆਂ ਦੀ ਨਾਲ ਕਿਹੜਾ ਬੇ ਜਾਂ ਪੇ ਥੱਕ ਜਾਂਦੀ ਹੈ।
ਸਾਨੂੰ ਇਹ ਮਤ ਕਿਉਂ ਨਹੀਂ ਆਈ ਕਿ ਚਲੋ ਜੀ ਇਹ ਸਾਨੂੰ ਗੁਰਮੁਖੀ ਜਿਹੜੀ ਆ ਉਹ ਗੈਰ ਮੁਸਲਿਮ ਜ਼ੁਬਾਨ ਲੱਗੀ, ਜਾਂ ਅਸੀਂ ਉਹਨੂੰ ਪਾਕ ਨਾ ਸਮਝਿਆ ਆਪਣੇ ਇਸਲਾਮ ਦੇ ਮੁਤਾਬਕ। ਹੁਣ ਵੱਲਾ ਆਲਮ ਇਹ ਮਤ ਕਿਹਨੇ ਦਿੱਤੀ ਸੀ ਸਾਡੇ ਵੜਕਿਆਂ ਨੂੰ ਕਿ ਤੁਸੀਂ ਉਸ ਜ਼ੁਬਾਨ ਨੂੰ ਤਰਕ ਕਰ ਦਿਓ? ਤੇ ਅਸੀਂ ਇੱਦਾਂ ਦਾ ਕੋਈ ਕਰ ਲੈਂਦੇ ਨਾ ਜੁਗਾੜ, ਕੋਈ ਉਹਦਾ ਮੁਤਬਾਦਲ ਤੇ ਕਰਨਾ ਚਾਹੀਦਾ ਸੀ ਨਾ। ਪਸ਼ਤੋ ਜਿਹੜੀ ਆ ਇਸੇ ਹੀ ਅਲਫਬੇ ਪੇ ਤੇ ਇਹਦੇ ਵਿੱਚ ਲਿਖ ਹੋ ਰਹੀ ਆ ਨਾ। ਉਹਨਾਂ ਨੇ ਆਪਣੀ ਅਦਾਇਗੀਆਂ ਦਾ ਬੰਦੋਬਸਤ ਕੀਤਾ ਵਾ, ਬਲੋਚੀ ਜ਼ੁਬਾਨ ਲਿਖੀ ਜਾ ਰਹੀ ਆ, ਪੰਜਾਬੀ ਵੀ ਲਿਖ ਹੋਣੀ ਚਾਹੀਦੀ ਸੀਗੀ। ਕਿਉਂਕਿ ਜ਼ੁਬਾਨ ਜਿਹੜੀ ਆ ਉਹ ਅਗਰ ਤੁਸੀਂ ਤਹਿਰੀਰ ਨਹੀਂ ਕਰ ਸਕਦੇ ਤੇ ਸਮਝੋ ਇੱਕ ਉਹ ਐਸਾ ਪਰਿੰਦਾ ਵਾ ਜਿਹਦੇ ਪਰ ਕੋਈ ਨਹੀਂ ਗੇ, ਉਹ ਉੜ ਹੀ ਨਹੀਂ ਸਕਦਾ। ਕੋਈ ਵੀ ਕਿਸੇ ਜ਼ੁਬਾਨ ਦਾ ਜਿਹੜਾ ਅਦਬੀ ਕੰਮ ਆ, ਉਹਦੀ ਤਹਿਰੀਰ ਆ, ਉਹਦੀ ਨਜ਼ਮ ਆ, ਗਜ਼ਲ ਆ, ਜੋ ਵੀ ਆ, ਆਖਰ ਉਹ ਲਿਖ ਹੋਏਗੀ ਤੇ ਮਹਿਫੂਜ਼ ਹੋਏਗੀ ਨਾ, ਉਹ ਅੱਗੇ ਵਧੇਗੀ। ਤੇ ਇਹ ਜਿਹੜੀ ਰੋਮਨ ਦੇ ਵਿੱਚ ਅਸੀਂ ਲਿਖਦੇ ਹਾਂ, ਜਿਹਦੇ ਵਿੱਚ ਅਸੀਂ ਪਾਣੀ ਨੂੰ ਪਾਣੀ ਲਿਖਣਾ ਪੈਂਦਾ ਵਾ, ਸਾਨੂੰ ਸੁਣ ਨੂੰ ਅਸੀਂ ਸੁਣ ਲਿਖ ਦਿੰਦੇ ਹਾਂ, ਉਹਦੇ ਨਾਲ ਤੇ ਭਾਈ ਫਿਰ ਗੱਲ ਨਹੀਂ ਬਣਦੀ ਨਾ। ਔਰ ਉਸ ਤੋਂ ਬਾਅਦ ਫਿਰ ਜਿਹੜਾ ਇੱਕ ਮੈਂ ਸਮਝਦਾ ਵਾਂ ਅੱਲਾਹ ਪਾਕ ਨੇ ਇਨਸਾਨ ਨੂੰ ਹੈਵਾਨੇ ਨਾਤਕ ਬਣਾਇਆ ਔਰ ਕਲਮ ਦੇ ਜ਼ਰੀਏ ਉਹਨੂੰ ਇਲਮ ਸਿਖਾਇਆ। ਇਹ ਕਿਤਨੀ ਬੜੀ ਦਲੀਲ ਹੈ ਇਸ ਗੱਲ ਦੀ ਕਿ ਜਿਹੜੀ ਵੀ ਤੁਸੀਂ ਜ਼ੁਬਾਨ ਬੋਲ ਰਹੇ ਹੋ ਭਾਈਜਾਨ, ਤੁਹਾਡੇ ਕਲਮ ਤਹਿਰੀਰ ਵਿੱਚ ਆਉਣੀ ਚਾਹੀਦੀ ਹੈ, ਲਿਖ ਹੋਣੀ ਚਾਹੀਦੀ ਹੈ। ਲੇਕਿਨ ਅਸੀਂ ਤਾਂ ਇਹ ਸਾਰੀ ਗੱਲ ਜਿਹੜੀ ਗਵਾ ਬੈਠੇ। ਹੁਣ ਇਹਦਾ ਨੋਹਾ ਹੀ ਆ, ਜਿੰਨਾ ਪੜ੍ਹ ਲਈਏ, ਮਤਲਬ ਮੈਂ ਜਿੰਨੇ ਵਿਲਾਗ ਸੁਣੇ ਆ, ਉਹ ਹੁਣ ਅਸੀਂ ਇਹਨੂੰ ਅੰਡੂ ਨਹੀਂ ਕਰ ਸਕਦੇ, ਰਿਵਰਸ ਨਹੀਂ ਕਰ ਸਕਦੇ, ਪਿੱਛੇ ਨਹੀਂ ਜਾ ਸਕਦੇ ਅਸੀਂ ਇਹਨੂੰ ਕਿ ਚਲੋ ਢਾਹ ਕੇ ਮੁੜ ਕੇ ਮੁੱਢੋਂ ਸ਼ੁਰੂ ਕਰਦੇ ਹਾਂ। ਐਸਾ ਨਹੀਂ ਹੋ ਸਕਦਾ। ਮੈਂ ਇਹਦੇ ਬਾਰੇ ਵਿੱਚ ਇੱਕ ਹੋਰ ਮਿਸਾਲ ਦੇਣੀ ਚਾਹੁੰਦਾ ਵਾਂ। ਤੁਸੀਂ ਦੇਖੋ, ਜਦੋਂ ਪਾਕਿਸਤਾਨ ਬਣਿਆ ਤੇ ਬੰਗਾਲ ਸਾਡੇ ਨਾਲ ਸੀ, ਜਿਹੜਾ ਅੱਜ ਦਾ ਬੰਗਲਾਦੇਸ਼ ਹੈ। ਬੰਗਲਾਦੇਸ਼ ਦਾ ਸਾਡੇ ਨਾਲ ਪਹਿਲਾ ਬੁਨਿਆਦੀ ਇਖਤਲਾਫ ਕਿਹੜੀ ਗੱਲ ਦਾ ਸੀ? ਉਹ ਇਖਤਲਾਫ ਇਸ ਗੱਲ ਦਾ ਸੀ, ਉਹਨਾਂ ਨੇ ਕਿਹਾ ਕਿ ਅਸੀਂ ਵਾਹਦ ਉਰਦੂ ਨੂੰ ਕੌਮੀ ਜ਼ੁਬਾਨ ਨਹੀਂ ਮੰਨਦੇ, ਬੰਗਾਲੀ ਨੂੰ ਵੀ ਕੌਮੀ ਜ਼ੁਬਾਨ ਦਾ ਦਰਜਾ ਦਿੱਤਾ ਜਾਵੇ। ਔਰ ਦੇਖੋ, ਉਹਨਾਂ ਦੀ ਆਪਣੀ ਜ਼ੁਬਾਨ ਦੇ ਨਾਲ ਮੁਹੱਬਤ ਔਰ ਆਪਣੇ ਖਿੱਤੇ ਦੀ ਗੈਰਤ, ਉਹਨਾਂ ਨੇ ਸਾਡੇ ਤੋਂ ਅਲੱਗ ਹੋਣਾ ਕਬੂਲ ਕਰ ਲਿਆ, ਆਪਣੇ ਮੁਤਾਲਬੇ ਤੋਂ ਪਿੱਛੇ ਨਹੀਂ ਹਟੇ। ਬਾਅਦ ਦੇ ਵਿੱਚ ਜਿੰਨੇ ਮਰਜ਼ੀ ਇਹਦੇ ਵਿੱਚ ਸਿਆਸੀ ਪੁਆਇੰਟ ਸਕੋਰਿੰਗ ਕਰ ਲਵੋ, ਜਿੰਨੇ ਮਰਜ਼ੀ ਤੁਸੀਂ ਹੋਰ ਇਹਦੇ 'ਚ ਅਨਸਰ ਸ਼ਾਮਿਲ ਕਰ ਲਵੋ, ਲੇਕਿਨ ਬੁਨਿਆਦੀ ਉਹਨਾਂ ਦਾ ਸਾਡਾ ਜਿਹੜਾ ਝਗੜਾ ਸੀ ਕਾਇਦੇ ਆਜ਼ਮ ਦੇ ਦੌਰ ਤੋਂ, ਉਹ ਇਹੋ ਹੀ ਸੀਗਾ ਕਿ ਭਾਈ ਬੰਗਾਲੀ ਜ਼ੁਬਾਨ ਜਿਹੜੀ ਆ ਇਹ ਤਹਿਰੀਰ 'ਚ ਹੋਣੀ ਚਾਹੀਦੀ ਆ, ਇਹ ਕਾਨੂੰਨ 'ਚ ਹੋਣੀ ਚਾਹੀਦੀ ਆ, ਇਹਦੀ ਇੱਕ ਵੈਲਿਊ ਹੋਣੀ ਚਾਹੀਦੀ ਹੈ। ਜਿਹੜੀ ਅਸੀਂ ਦੇਣ ਤੋਂ ਇਨਕਾਰ ਕੀਤਾ ਤੇ ਉਹਨਾਂ ਨੇ ਆਖਰਕਾਰ ਉਹ ਅਲੱਗ ਹੋ ਗਏ ਔਰ ਉਹ ਆਪਣੀ ਜ਼ੁਬਾਨ ਦੇ ਨਾਲ ਚੱਲ ਰਹੇ ਆ, ਪੂਰੀ ਦੁਨੀਆ ਦੇ ਵਿੱਚ ਸਰਵਾਈਵ ਕਰ ਰਹੇ ਔਰ ਸਾਡੇ ਤੋਂ ਕਿਤੇ ਜ਼ਿਆਦਾ ਅੱਛਾ ਸਰਵਾਈਵ ਕਰ ਰਹੇ। ਹੁਣ ਅਸੀਂ ਇਸ ਚੀਜ਼ ਤੋਂ ਵੱਲ ਅਗਰ ਆ ਜਾਈਏ ਕਿ ਇਸ ਤੋਂ ਬਾਅਦ ਸਾਡੀ ਜ਼ੁਬਾਨ ਦੇ ਨਾਲ ਇਸ ਪਾਕਿਸਤਾਨ ਦੇ ਵਿੱਚ ਕੀ ਹੋਇਆ, ਜਿਹਨੂੰ ਅਸੀਂ ਮਗਰਬੀ ਪਾਕਿਸਤਾਨ ਕਹਿੰਦੇ ਹਾਂ। ਤੇ ਮੈਂ ਅਗਰ ਆਪਣੇ ਗੱਲ ਕਰਾਂ, ਜੋ ਮੈਂ ਇਹਦਾ ਨਿਚੋੜ ਕੱਢਿਆ ਜਾਂ ਮੈਂ ਨਤਾਰਾ ਕੀਤਾ ਇਹਦਾ, ਉਹ ਇਹ ਕੀਤਾ ਕਿ ਪਾਕਿਸਤਾਨ ਜਦੋਂ ਬਣਿਆ ਤੇ ਪਾਕਿਸਤਾਨ ਦਾ ਦਾਰੁਲ ਹਕੂਮਤ ਸੀ ਕਰਾਚੀ। ਔਰ ਕਰਾਚੀ ਇੱਕ ਉਦੋਂ ਤਰੱਕੀ ਯਾਫਤਾ ਸ਼ਹਿਰ ਸੀ, ਤਕਸੀਮ ਤੋਂ ਪਹਿਲੋਂ ਵੀ ਬੰਦਰਗਾਹ ਸੀ, ਉੱਥੇ ਬਾਕੀ ਸਾਰੇ ਲਵਾਜ਼ਮਾਤ, ਬੜਾ ਇੱਕ ਅੱਛਾ ਸ਼ਹਿਰ ਸੀ। ਔਰ ਜਿਹੜੇ ਪੜ੍ਹੇ ਲਿਖੇ ਲੋਕ ਇੰਡੀਆ 'ਚੋਂ ਆਏ, ਜਿਨ੍ਹਾਂ ਨੂੰ ਅਸੀਂ ਉਰਦੂ ਸਪੀਕਿੰਗ ਕਹਿੰਦੇ ਹਾਂ, ਇੱਕ ਤਾਂ ਸਾਡਾ ਇਹ ਵੀ ਬੜਾ ਮਸਲਾ ਵਾ ਨਾ ਕਿ ਅਸੀਂ ਅੰਗਰੇਜ਼ ਨੂੰ ਅੰਗਰੇਜ਼ੀ ਬੋਲਣ ਤੋਂ ਅਸੀਂ ਪੜ੍ਹਿਆ ਲਿਖਿਆ ਸਮਝਦੇ ਰਹੇ, ਹਾਲਾਂਕਿ ਉਹ ਵੀ ਇੱਕ ਜ਼ੁਬਾਨ ਆ। ਇਹ ਅਲੱਗ ਗੱਲ ਆ ਕਿ ਉਹਨਾਂ ਨੇ ਦੁਨਿਆਵੀ ਲਿਹਾਜ਼ ਨਾਲ, ਸਾਇੰਸੀ ਲਿਹਾਜ਼ ਨਾਲ ਬੜੀ ਤਰੱਕੀ ਕੀਤੀ ਔਰ ਜ਼ਾਹਰਾ ਉਹਨਾਂ ਨੇ ਉਹਨੂੰ ਸਾਰਾ ਆਪਣੀ ਜ਼ੁਬਾਨ 'ਚ ਲਿਖਣਾ ਸੀ ਤੇ ਪੂਰੀ ਦੁਨੀਆ ਦੀ ਮਜਬੂਰੀ ਬਣਾ ਦਿੱਤਾ ਕਿ ਉਹ ਉਹਨਾਂ ਦੀ ਜ਼ੁਬਾਨ ਨੂੰ ਸਮਝੇ। ਅਗਰ ਉਸ ਕਿਸੇ ਨੇ ਤਰੱਕੀ ਕਰਨੀ ਆ ਤੇ ਉਹਨੂੰ ਉਹ ਪੁਲ ਸਿਰਾਤ ਪਾਰ ਕਰਨਾ ਪਏਗਾ ਅੰਗਰੇਜ਼ੀ ਜ਼ੁਬਾਨ ਸਿੱਖਣ ਵਾਲਾ। ਅੱਛਾ, ਇੱਥੇ ਸਾਡੇ ਪੰਜਾਬ ਦੇ ਵਿੱਚ ਉਰਦੂ ਨੂੰ ਹੀ ਇੱਕ ਜਿਹੜਾ ਵਾ ਨਾ ਉਹ ਹਵਾ ਬਣਾ ਦਿੱਤਾ ਗਿਆ ਔਰ ਉਰਦੂ ਹੀ ਜਿਹੜੀ ਆ ਨਾ ਉਹ ਇੱਕ ਦਾਨਿਸ਼ਮੰਦੀ ਦੀ ਔਰ ਪੜ੍ਹੇ ਲਿਖੇ ਹੋਣ ਦੀ ਔਰ ਮੁਹੱਜ਼ਬ ਹੋਣ ਦੀ ਅਲਾਮਤ ਕਰਾਰ ਪਾਈ। ਕਿਉਂ ਕਿ ਜਿਹੜੇ ਲੋਕ ਉੱਧਰੋਂ ਆਏ ਉਹ ਉਹਨਾਂ ਦੀ ਮਾਦਰੀ ਜ਼ੁਬਾਨ ਉਰਦੂ ਸੀਗੀ, ਮਾਂ ਉਹਨਾਂ ਦੀ ਪੜ੍ਹੀ ਸੀ ਜਾਂ ਸਾਡੀਆਂ ਮਾਵਾਂ ਤਰ੍ਹਾਂ ਅਨਪੜ੍ਹ ਹੀ ਸੀਗੀ, ਲੇਕਿਨ ਚੂੰਕਿ ਉਹ ਬੋਲਦੀ ਉਰਦੂ ਸੀ
ਤੇ ਉਹ ਉਹਨਾਂ ਲੋਕਾਂ ਨੇ ਉਰਦੂ ਨੂੰ ਨਾ ਸਿਰਫ ਰਾਇਜ ਕੀਤਾ, ਉਰਦੂ ਨੂੰ ਪ੍ਰਮੋਟ ਕੀਤਾ, ਉਰਦੂ ਕੌਮੀ ਜ਼ੁਬਾਨ ਦਾ ਦਰਜਾ ਲੈ ਗਈ। ਔਰ ਉਸ ਤੋਂ ਬਾਅਦ ਇਹ ਹੋਇਆ ਕਿ ਜਿਹੜਾ ਵੀ ਸਾਡਾ ਮੀਡੀਆ ਸੀ, ਜਿਹੜਾ ਕਿ ਹਮੇਸ਼ਾ ਤੋਂ ਇਸ ਜਦੀਦ ਦੌਰ ਦਾ ਵਿੱਚ ਇੱਕ ਗੇਮ ਚੇਂਜਰ ਚੀਜ਼ ਆ, ਉਹ ਬੇਸ਼ੱਕ ਉਹ ਅਖਬਾਰ ਸੀ। ਅਖਬਾਰ ਸਭ ਤੋਂ ਮੌਸਰ ਜ਼ਰੀਆ ਸੀ। ਤਹਿਰੀਕੇ ਪਾਕਿਸਤਾਨ ਅਖਬਾਰਾਂ ਦੇ ਸਿਰ ਤੇ ਚੱਲੀ। ਰਸਾਲਿਆਂ ਦਾ ਦੌਰ ਸੀ, ਅਖਬਾਰਾਂ ਦਾ ਦੌਰ ਸੀ, ਤਹਿਰੀਰ ਦਾ ਦੌਰ ਸੀ, ਮੁਸ਼ਾਇਰੇ ਦਾ ਦੌਰ ਸੀ, ਜਲਸੇ ਦਾ ਦੌਰ ਸੀ। ਸਭ ਦੀ ਜ਼ੁਬਾਨ ਜਿਹੜੀ ਆ ਉਹ ਉਰਦੂ ਉਹਨਾਂ ਲੋਕਾਂ ਦੀ ਵਜ੍ਹਾ ਤੋਂ ਰਹੀ। ਔਰ ਫਿਰ ਰੇਡੀਓ ਆ ਗਿਆ। ਰੇਡੀਓ ਦੇ ਉੱਤੇ ਵੀ ਤੁਸੀਂ ਦੇਖੋ ਕਿ ਉਹਨਾਂ ਲੋਕਾਂ ਨੂੰ ਪੜ੍ਹੇ ਲਿਖੇ ਸਮਝਿਆ ਜਾਂਦਾ ਸੀ ਜਿਨ੍ਹਾਂ ਲੋਕਾਂ ਦੀ ਕਾਫਸ਼ੀਨ ਦਰੁਸਤ ਹੁੰਦੀ ਸੀ। ਔਰ ਫਿਰ ਉਹਨਾਂ ਨੇ ਇੱਕ ਹੋਰ ਕੰਮ ਕੀਤਾ ਕਿ ਜਦੋਂ ਟੈਲੀਵਿਜ਼ਨ ਆਇਆ ਜਾਂ ਉਰਦੂ ਡਰਾਮਾ ਜਾਂ ਟੀਵੀ ਦਾ ਡਰਾਮਾ ਖਾਸ ਤੌਰ 'ਤੇ, ਉਹਦੇ ਵਿੱਚ ਵੀ ਅਗਰ ਅਸੀਂ ਦੇਖੀਏ ਕਿ ਜਿਹੜੇ ਬੜੇ ਸਾਡੇ ਮਹਾਪੁਰਸ਼ ਆ, ਉਰਦੂ ਸਪੀਕਿੰਗ ਲੋਕ ਜਿਹੜੇ ਅੱਜ ਵੀ ਮੌਜੂਦ ਆ, ਹਯਾਤ ਆ, ਅੱਲਾ ਉਹਨਾਂ ਦੀ ਮਜ਼ੀਦ ਹਯਾਤੀ ਕਰੇ, ਲੇਕਿਨ ਉਹਨਾਂ ਨੇ ਇਹ ਜ਼ਿਆਦਤੀ ਕੀਤੀ ਕਿ ਉਹਨਾਂ ਨੇ ਟੈਲੀਵਿਜ਼ਨ ਦਾ ਜਦੋਂ ਆਗਾਜ਼ ਹੋਇਆ, ਉਹਨਾਂ ਨੇ ਕਰਾਚੀ ਸਟੇਸ਼ਨ ਤੋਂ ਡਰਾਮੇ ਔਰ ਚੀਜ਼ਾਂ ਨਸ਼ਰ ਹੋਣੀਆਂ ਸ਼ੁਰੂ ਹੋਈਆਂ। ਅਤੇ ਉਹਦੇ ਵਿੱਚ ਜਿਹੜਾ ਬੰਦਾ ਸਮਝਦਾਰ ਔਰ ਪੜ੍ਹਿਆ ਲਿਖਿਆ ਦਿਖਾਉਣਾ ਵਾ ਉਹ ਉਰਦੂ ਬੋਲੇਗਾ, ਅਤੇ ਜਿਹੜਾ ਬੰਦਾ ਜਾਹਲ ਗੰਵਾਰ ਉਜੜ ਦਿਖਾਉਣਾ ਵਾ ਉਹ ਬੰਦਾ ਪੰਜਾਬੀ ਬੋਲੇਗਾ, ਜਾਂ ਉਹ ਪੰਜਾਬੀ ਲਹਿਜੇ ਦੇ ਵਿੱਚ ਉਰਦੂ ਬੋਲੇਗਾ, ਉਹ ਪੇਂਡੂ ਹੋਏਗਾ। ਔਰ ਉਹਨਾਂ ਨੇ ਹਰ ਡਰਾਮੇ ਦੇ ਵਿੱਚ ਇੱਕ ਦੋ ਸਾਈਡ ਰੋਲ ਐਸੇ ਰੱਖਣੇ ਕਿ ਜਿਹੜੇ ਪੰਜਾਬੀ ਹੋਣੇ ਡਰਾਮੇ 'ਚ ਉਹਨਾਂ ਦੇ ਕਿਰਦਾਰ, ਔਰ ਉਹ ਉਹਨਾਂ ਦੇ ਉੱਤੇ ਸ਼ੁਗਲ ਲੱਗਾ ਰਹਿਣਾ ਸਾਰੇ ਡਰਾਮੇ ਦੇ ਵਿੱਚ, ਔਰ ਉਹਨਾਂ ਨੂੰ ਇੱਕ ਘਟੀਆ ਔਰ ਕਮਤਰ ਦਿਖਾਇਆ ਜਾਣਾ। ਮੈਨੂੰ ਕੋਈ ਸ਼ਰਮ ਨਹੀਂ ਇਸ ਗੱਲ ਤੋਂ ਕਿ ਉਸ ਕਬੀਲੇ ਦੇ ਉਸ ਸੋਚ ਦੇ ਜਿਹੜੇ ਸੁਰਖੇਲ ਨੇ, ਅਨਵਰ ਮਕਸੂਦ ਸਾਹਿਬ ਨੇ ਸਾਡੇ ਲੀਜੈਂਡ ਜਿਹੜੇ ਨੇ, ਠੀਕ ਆ ਉਹ ਬੜੇ ਲੀਜੈਂਡ ਨੇ, ਇਹ 'ਚ ਕੋਈ ਸ਼ੱਕ ਨਹੀਂ, ਲੇਕਿਨ ਸਾਡੇ ਪੰਜਾਬੀਆਂ ਵਾਸਤੇ ਮੈਂ ਨਹੀਂ ਸਮਝਦਾ ਕਿ ਉਹਨਾਂ ਦੇ ਦਿਲ 'ਚ ਕੋਈ ਨਰਮ ਗੋਸ਼ਾ ਸੀ, ਔਰ ਨਾ ਹੀ ਅੱਜ ਤੱਕ ਹੈ। ਲੇਕਿਨ ਚਲੋ ਇਹ ਤਾਂ ਹੋ ਗਏ ਨਾ ਪੁਰਾਣੇ ਦੁਖੜੇ। ਨਵੇਂ ਪਾਸੇ ਅਗਰ ਅਸੀਂ ਆਈਏ, ਜਾਂ ਇੱਕ ਹੋਰ ਬੇਸ਼ੱਕ ਮੈਂ ਇੱਕ ਆਪਣਾ ਤਜਰਬਾ ਦੱਸਾਂ ਕਿ ਅਸੀਂ ਦਿਹਾਤੀ ਸਕੂਲਾਂ ਦੇ ਵਿੱਚ ਪੜ੍ਹੇ ਹਾਂ, ਔਰ ਜਿਸ ਤਰ੍ਹਾਂ ਕਿ ਪੰਜਾਬ ਦੀ ਜ਼ਿਆਦਾ ਆਬਾਦੀ ਦਿਹਾਤਾਂ ਵਿੱਚ ਸੀ, ਸ਼ਹਿਰਾਂ ਵਿੱਚ ਬਹੁਤ ਕਮ ਪਰਸੈਂਟੇਜ ਸੀ ਉਹਦੀ, ਹੁਣ ਵੱਧ ਗਈ ਹੈ। ਹੁਣ ਦਿਹਾਤ ਜਿਹੜੇ ਆ ਉਹ ਕਸਬੇ ਬਣ ਗਏ ਆ, ਦਿਹਾਤਾਂ ਵਾਲਾ ਉਹ ਕਨਸੈਪਟ ਨਹੀਂ ਰਹਿ ਗਿਆ। ਲੇਕਿਨ ਸਾਡੇ ਬਚਪਨ ਦੇ ਵਿੱਚ ਅਸੀਂ ਉਰਦੂ ਸਾਨੂੰ ਪੜ੍ਹਨੀ ਪੈਂਦੀ ਸੀ। ਪੰਜਾਬੀ ਹਰ ਬਲੋਚੀ ਬੱਚਾ ਬਲੋਚੀ ਵਿੱਚ ਆਪਣੀ ਦਿਨੀਆਤ ਪੜ੍ਹਦਾ, ਮੁਅਸ਼ਰਤੀ ਉਲੂਮ ਪੜ੍ਹਦਾ। ਜਦੋਂ ਉਹ ਆਪਣੇ ਲਫ਼ਜ਼ ਜੋੜਨ ਲੱਗ ਪੈਂਦਾ ਅਤੇ ਉਸ ਤੋਂ ਅੱਗੇ ਉਹਨੂੰ ਕੋਈ ਦਿੱਕਤ ਨਹੀਂ ਆਉਂਦੀ ਕਿ ਮੈਂ ਕੀ ਕਿਤਾਬ ਪੜ੍ਹ ਰਿਹਾ, ਉਹ ਉਹਨੂੰ ਨਾਲ ਸਮਝ ਵੀ ਰਿਹਾ ਵਾ। ਸਿੰਧੀ ਵਾਲਾ ਬੱਚੇ ਨੂੰ ਸਿੰਧੀ 'ਚ ਸਹੂਲਤ ਆ ਕਿ ਜਦੋਂ ਉਹਨੇ ਆਪਣੀ ਅਲਫਬੇ ਸਿੱਖ ਲਈ ਔਰ ਲਫ਼ਜ਼ ਜੋੜ ਕਰਨੇ ਉਹਨੂੰ ਆ ਗਏ, ਉਸ ਤੋਂ ਬਾਅਦ ਉਹਦੇ ਵਾਸਤੇ ਦਿਨੀਆਤ ਹੋਵੇ, ਮੁਤਾਲਿਆ ਪਾਕਿਸਤਾਨ ਹੋਵੇ, ਸਾਇੰਸ ਹੋਵੇ, ਜਿਹੜੀ ਵੀ ਆ ਉਹਨੂੰ ਕੋਈ ਦਿੱਕਤ ਨਹੀਂ। ਪਸ਼ਤੋ ਵੀ ਇਸੇ ਤਰ੍ਹਾਂ ਹੀ। ਸਿਰਫ ਅਸੀਂ ਪੰਜਾਬੀ ਬੱਚੇ ਜਿਹੜੇ ਸੀਗੇ, ਅਸੀਂ ਇਸ ਮੁਸ਼ਕਲ ਦਾ ਸ਼ਿਕਾਰ ਸੀ ਕਿ ਸਾਨੂੰ ਜੋੜ ਕਰਨੇ ਆ ਵੀ ਜਾਂਦੇ ਸੀ। ਜਦੋਂ ਸਾਨੂੰ ਇਹ ਨਹੀਂ ਪਤਾ ਲੱਗਦਾ ਸੀ ਕਿ ਫਿਰ ਅਸੀਂ ਅੱਜ ਜੋ ਪੜ੍ਹ ਰਹੇ ਹਾਂ, ਵਾਸ਼ਰਤੀ ਲੂਮ ਪੜ੍ਹ ਰਹੇ ਹਾਂ, ਅਤੇ ਅਸੀਂ ਜਨਾਬ ਅਲੀ ਸਤਾ ਮੁਰਤਫਾ ਪੋਠੋਹਾਰ ਅਤੇ ਜਨਾਬ ਹੋਰ ਜਿੱਦਾਂ ਜਿੰਨੇ ਉਰਦੂ ਜ਼ੁਬਾਨ ਦੇ ਵਿੱਚ ਤੁਹਾਨੂੰ ਪਤਾ ਫਾਰਸੀ ਅਰਬੀ ਦੇ ਬੜੇ ਲਫ਼ਜ਼ ਹੈਗੇ ਆ, ਮੁਸ਼ਕਿਲ ਲਫ਼ਜ਼ ਆ, ਅਸੀਂ ਉੱਦਾਂ ਹੀ ਉਹਨਾਂ ਨੂੰ ਰੱਟਾ ਮਾਰ ਕੇ ਪੜ੍ਹਿਆ ਵਾ। ਜਿਸ ਤਰ੍ਹਾਂ ਸਾਨੂੰ ਮੌਲਵੀ ਨੇ ਨਮਾਜ਼ ਨੂੰ ਰੱਟਾ ਲਵਾਤਾ ਅਤੇ ਅਸੀਂ ਉਹਨੂੰ ਸਾਰੀ ਉਮਰ 'ਤੇ ਪੜ੍ਹੀ ਜਾਂਦੇ ਹਾਂ, ਸਾਨੂੰ ਨਹੀਂ ਪਤਾ ਅਸੀਂ ਕੀ ਪੜ੍ਹ ਰਹੇ ਹਾਂ। ਇਸੇ ਤਰ੍ਹਾਂ ਹੀ ਸਾਡੇ 'ਤੇ ਕਿਸੇ ਸਾਡੇ ਇਲਮ ਨੇ ਅਸਰ ਨਹੀਂ ਕੀਤਾ ਕਿ ਸਾਡੇ ਬੱਚੇ ਜਿਹੜੇ ਆ ਉਹ ਯਾਨੀ ਕਿ 30-40 ਬੱਚਿਆਂ ਦੀ ਅਗਰ ਕਲਾਸ ਹੁੰਦੀ ਆ, ਚੋਰ ਸਾਹਿਬ 20 ਬੱਚੇ 5ਵੀਂ ਤੋਂ ਪਹਿਲਾਂ ਦੌੜ ਜਾਂਦੇ ਸੀ, ਸਿਰਫ ਇਸ ਦੁੱਖੋਂ ਕਿ ਉਹਨਾਂ ਨੂੰ ਨਹੀਂ ਸਮਝ ਲੱਗਦੀ ਸੀ ਅਸੀਂ ਕੀ ਪੜ੍ਹਦੇ ਹਾਂ। ਸਵੇਰ ਤੋਂ ਲੈ ਕੇ ਸ਼ਾਮ ਤੱਕ ਕੁੱਟ ਖਾਂਦੇ ਸੀ ਵਿਚਾਰੇ, ਹਰ ਪੀਰੀਅਡ 'ਚ ਛੁੱਟੀਆਂ ਖਾਣੀਆਂ ਜਾਂ ਕੰਨ ਪੜ੍ਹਨੇ, ਅਖੀਰ ਉਹਨਾਂ ਨੇ ਦੌੜ ਜਾਣਾ। ਵਾਲਦੈਨ ਨੇ ਵੀ ਹਟਾ ਲੈਣਾ ਕਿ ਯਾਰ ਇਹ ਬਹੁਤ ਪੜ੍ਹਨ 'ਚ ਮਾੜੇ ਆ, ਇਹ ਇਹਨਾਂ ਦਾ ਦਿਮਾਗ ਹੈ ਨਹੀਂ, ਇਹ ਪੜ੍ਹ ਨਹੀਂ ਸਕਦੇ। ਅੱਛਾ, ਜਿਹਨੇ 5ਵੀਂ ਪਾਰ ਕਰਨੀ ਉਹਨੇ ਅੱਗਿਓਂ ਆ ਕੇ 6ਵੀਂ 'ਚੋਂ ਅੰਗਰੇਜ਼ੀ ਸ਼ੁਰੂ ਹੋ ਜਾਣੀ, ਉਹਦੇ ਲਈ ਦੋਹਰੀ ਮੁਸੀਬਤ, ਉਹਨੇ 8ਵੀਂ ਤੱਕ ਝੜ ਜਾਣਾ। ਲੇਕਿਨ ਮੈਂ ਨਹੀਂ ਮੰਨਦਾ ਕਿ ਉਹ ਬੱਚੇ ਜਿਹੜੇ ਆ ਉਹਨਾਂ ਦਾ ਉਹ ਗੱਬੀ ਸੀਗੇ ਜਾਂ ਉਹ ਕੁੰਦ ਜ਼ੇਨ ਸੀਗੇ, ਉਹਨਾਂ ਦੇ ਦਿਮਾਗ ਨਹੀਂ ਸੀ। 5ਵੀਂ 'ਚੋਂ 6ਵੀਂ 'ਚੋਂ 7ਵੀਂ 'ਚੋਂ ਜਿਹੜਾ ਬੱਚਾ ਹਟਿਆ, ਅਗਰ ਕੋਈ ਬੱਚਾ ਮੋਟਰਸਾਈਕਲਾਂ ਦਾ ਜਾਂ ਕਾਰਾਂ ਦਾ ਕੰਮ ਸਿੱਖਣ ਲੱਗ ਪਿਆ, 5-6 ਸਾਲਾਂ 'ਚੋਂ ਕਾਰੀਗਰ ਨਹੀਂ ਬਣ ਗਿਆ, ਕਾਰ ਦਾ ਇੰਜਣ ਖੋਲ੍ਹਣਾ ਬੰਨਣਾ ਕਿਆ ਇਹ ਇੰਜੀਨੀਅਰਿੰਗ ਨਹੀਂ ਗੀ, ਉਹ ਬੱਚਾ ਗੱਬੀ ਹੁੰਦਾ ਅਤੇ ਉਹ ਕਦੀ ਇੰਜੀਨੀਅਰ ਨਾ ਬਣ ਸਕਦਾ। ਅਗਰ ਕੋਈ ਬੱਚਾ ਮੈਡੀਕਲ ਸਟੋਰ 'ਤੇ ਜਾ ਕੇ ਖੜ੍ਹਾ ਹੋ ਗਿਆ ਅਤੇ 2-3 ਸਾਲ ਦੇ ਵਿੱਚ ਉਹ ਮੈਡੀਸਨ ਦਾ ਹਾਫਿਜ਼ ਹੋ ਗਿਆ,
MBBS ਡਾਕਟਰ ਤੋਂ ਘੱਟ ਮੈਮੋਰੀ ਨਹੀਂ ਚਾਹੀਦੀ ਮੈਡੀਕਲ ਸਟੋਰ ਦੇ ਜਿਹੜਾ ਸੇਲਮੈਨ ਖੜਾ ਉਹਨੂੰ, ਔਰ ਉਹ ਕੋਈ BSc ਪਾਸ ਨਹੀਂ ਹੁੰਦੇ ਸੀ, ਉਹ ਸਾਰੇ ਇਸੇ ਤਰ੍ਹਾਂ ਹੀ ਹੁੰਦੇ ਸੀ, 5ਵੀਂ 7ਵੀਂ 'ਚੋਂ ਨਸੇ। ਸੇਮ ਵੇ ਕੋਈ ਸਪੇਅਰ ਪਾਰਟ ਦੀ ਦੁਕਾਨ ਅਗਰ ਯਾਰ ਸੈਂਕੜਾਂ ਕਿਸਮ ਦੀਆਂ ਕਾਰਾਂ ਮੋਟਰਸਾਈਕਲਾਂ ਤੇ ਉਹਨਾਂ ਦੇ ਮਾਡਲ ਆ, ਹਰ ਮਾਡਲ ਦਾ ਵੱਖਰਾ ਪੁਰਜ਼ਾ ਵਾ, ਤੇ ਹਰ ਕਾਰ ਦੇ ਵਿੱਚ ਸੈਂਕੜਾਂ ਕਿਸਮ ਦੇ ਪੁਰਜ਼ੇ ਆ। ਤੁਸੀਂ ਜਾ ਕੇ ਇੱਕ ਹਲਕਾ ਜਿਹਾ ਇਸ਼ਾਰਾ ਕਰਦੇ ਹੋ, ਅਗਲਾ ਤੁਹਾਨੂੰ ਮਾਡਲ ਪੁੱਛਦਾ, ਤੁਹਾਡੇ ਅੱਗੇ ਸ਼ੈ ਕੱਢ ਕੇ ਲਿਆ ਕੇ ਰੱਖ ਦਿੰਦਾ ਦੁਕਾਨ 'ਚੋਂ। ਕਿਆ ਉਹ ਗਬੀ ਬੰਦੇ ਦਾ ਕੰਮ ਆ, ਕੁੰਦਜ਼ੇਨ ਬੰਦੇ ਦਾ ਕੰਮ ਆ? ਐਸਾ ਬਿਲਕੁਲ ਨਹੀਂ ਸੀਗਾ। ਸਾਨੂੰ ਇਸ ਨਾ ਇਨਸਾਫੀ ਨੇ ਸਾਡੀ ਕੌਮ ਨੂੰ ਸਕੂਲਾਂ 'ਚੋਂ ਭਜਾਇਆ, ਤੇ ਹੁਣ ਬਾਅਦ 'ਚ ਫਿਕਰ ਆਉਂਦੇ ਆ ਕਿ 3.5 ਕਰੋੜ ਬੱਚਾ ਸਕੂਲੋਂ ਬਾਹਰ ਆ, ਇੰਨਾ ਬੱਚਾ ਸਕੂਲੋਂ ਬਾਹਰ ਆ। ਇਹ ਭਾਈ ਉਦੋਂ ਦੀ ਤੁਰੀ ਆਉਣ ਰਹੀ ਆ। ਬਾਅਦ ਅਗਰ ਉਹ ਬੱਚੇ ਸਾਡੇ ਕੁੰਦਜ਼ੇਨ ਹੁੰਦੇ ਤਾਂ ਸਾਰੇ ਭਾਈਜਾਨ ਮਸਤੀ ਹੁੰਦੇ, ਲੇਕਿਨ ਐਸਾ ਨਹੀਂ ਹੈਗਾ ਸੀ। ਇਸ ਤਾਲੀਮੀ ਨਿਜ਼ਾਮ ਨੇ ਔਰ ਇਸ ਕਮੀ ਨੇ, ਔਰ ਮੈਨੂੰ ਉਹਨਾਂ ਲੋਕਾਂ 'ਤੇ ਬੜਾ ਗਿਲਾ ਵਾ ਜਿਹੜੇ ਸਾਡੇ ਉਹ ਪ੍ਰੋਫੈਸਰ ਜਿਹੜੇ ਆਪ ਤੇ ਪੰਜਾਬੀ ਨੂੰ ਰੋਮਨ 'ਚ ਲਿਖ ਕੇ ਤੇ PhD'ਆਂ ਕਰਦੇ ਰਹੇ, ਤੇ ਇੱਕ ਆਪਸ਼ਨਲ ਸਬਜੈਕਟ ਦੇ ਤੌਰ 'ਤੇ ਇਹਨੂੰ ਪੜ੍ਹ ਕੇ ਉਹਨਾਂ ਨੇ ਪ੍ਰੋਫੈਸਰੀਆਂ ਇੰਜੋਏ ਕੀਤੀਆਂ, ਤੇ ਉਸ PhD ਨੂੰ ਉਹਨਾਂ ਨੇ ਪ੍ਰਮੋਸ਼ਨਾਂ ਲੈਣ ਦਾ ਜ਼ਰੀਆ ਬਣਾਈ ਰੱਖਿਆ। ਲੇਕਿਨ ਉਹਨਾਂ ਨੇ ਇੰਨੀ ਤੌਫੀਕ ਉਹਨਾਂ ਨੂੰ ਨਹੀਂ ਹੋਈ ਕਿ ਉਹ ਇਹਦੀ ਅਲਫਾਬੈਟ ਕੋਈ ਤਿਆਰ ਕਰਦੇ ਔਰ ਉਹਦੇ ਕਾਇਦੇ 'ਚ ਪਵਾ ਦਿੰਦੇ ਔਰ ਉਹ ਉਹਨੂੰ ਰਾਇਜ ਕਰਵਾਉਂਦੇ। ਐਸਾ ਨਹੀਂ ਕੁਝ ਵੀ ਕਿਸੇ ਨੇ ਹਿੰਮਤ ਕੀਤੀ। ਹਾਲਾਂਕਿ ਡਿਕਟੇਟਰ ਵੀ ਆਏ ਆ ਪੰਜਾਬੀ, ਔਰ ਹੁਕਮਰਾਨ ਵੀ ਪੰਜਾਬੀ ਬੜੇ ਆਏ ਆ। ਸਾਡੇ ਵਾਸਤੇ ਕੋਈ ਇਹ ਮੁਸ਼ਕਿਲ ਕੰਮ ਨਹੀਂ ਸੀਗਾ, ਲੇਕਿਨ ਸਾਡੀ ਕੌਮ ਨੇ ਇਹ ਬਹੁਤ ਬੜੀ ਕੁਤਾਹੀ ਕੀਤੀ। ਚਲੋ ਅਗਲਾ ਹੁਣ ਮਤਲਬ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਕਿ ਹੁਣ ਫਿਰ ਇੱਕ ਸਟੈਪ ਫਾਰਵਰਡ ਲਵੋ ਨਾ। ਹੁਣ ਉਰਦੂ ਤੇ ਕਿਉਂ ਫਸ ਗਏ ਹੋ? ਹੁਣ ਅੱਗੇ ਚਲੇ ਜਾਓ। ਜਦੋਂ ਪਤਾ ਲੱਗ ਗਿਆ ਵਾ ਕਿ ਅਸੀਂ ਉਸ ਚੀਜ਼ ਤੋਂ ਹੁਣ ਰਹਿ ਗਏ ਹਾਂ, ਤੇ ਭਾਈਜਾਨ ਫਿਰ ਉਰਦੂ ਤੇ ਕਿਉਂ ਫਸਦੇ ਹੋ? ਫਿਰ ਸਿੱਧੇ ਅੰਗਰੇਜ਼ੀ ਵੱਲ ਜਾਓ। ਪਹਿਲੀ ਕਲਾਸ ਤੋਂ ਹੀ ਬੱਚੇ ਨੂੰ ਅੰਗਰੇਜ਼ੀ ਪੜ੍ਹਾਉਣੀ ਸ਼ੁਰੂ ਕਰੋ। ਔਰ ਅੰਗਰੇਜ਼ੀ ਪੜ੍ਹਾਉਣ ਦਾ ਤਰੀਕਾ ਜਿਹੜਾ ਅਸੀਂ ਸਿੱਖਿਆ ਦੇਖਿਆ ਦੁਨੀਆ ਦੇ ਵਿੱਚ ਕਾਮਯਾਬ ਤਰੀਨ ਤਰੀਕਾ, ਉਹ ਫਕਤ ਇਹ ਆ ਕਿ ਤੁਸੀਂ ਜਿਹੜੀ ਜ਼ੁਬਾਨ ਕਿਸੇ ਨੂੰ ਸਿਖਾਉਣੀ ਆ ਉਹਦੇ ਨਾਲ ਉਸ ਜ਼ੁਬਾਨ 'ਚ ਗੱਲ ਕਰਨੀ ਸ਼ੁਰੂ ਕਰ ਦਿਓ, ਔਰ ਉਹਦੀ ਇਹ ਝਿਜਕ ਦੂਰ ਕਰਵਾਓ ਕਿ ਉਹ ਵੀ ਤੁਹਾਡੇ ਨਾਲ ਉਸ ਜ਼ੁਬਾਨ 'ਚ ਗੱਲ ਕਰੇ। ਉਹ ਜਿੰਨੀ ਮਰਜ਼ੀ ਗਲਤ ਕਰੇ, ਲੇਕਿਨ ਉਹ ਉਸ ਜ਼ੁਬਾਨ ਨੂੰ ਜਦੋਂ ਉਹਦੀ ਝਿਜਕ ਉਤਰ ਜਾਏਗੀ ਉਹ ਰਵਾਂ ਹੋ ਜਾਏਗਾ। ਇੱਥੋਂ ਅਨਪੜ੍ਹ ਮਜ਼ਦੂਰ ਜਾਂਦੇ ਆ ਸਾਊਦੀ ਅਰਬ, 3 ਮਹੀਨੇ ਬਾਅਦ ਅਰਬੀ ਬੋਲਣ ਡਏ ਹੁੰਦੇ। ਕਿਉਂ? ਕਿ ਉੱਥੇ ਉਹਨਾਂ ਨੂੰ ਅਰਬੀ ਤੋਂ ਇਲਾਵਾ ਕਿਸੇ ਹੋਰ ਗੱਲ ਦੀ ਸਮਝ ਨਹੀਂ ਆਉਂਦੀ ਉਹਨਾਂ ਲੋਕਾਂ ਨੂੰ, ਤੇ ਉਹਨਾਂ ਨੂੰ ਅਰਬੀ ਬੜੀ ਜਲਦੀ ਆ ਜਾਂਦੀ ਹੈ। ਚਲੋ ਗ੍ਰਾਮਰ ਦੇ ਨਾਲ ਨਾ ਆਉਂਦੀ ਹੋਏਗੀ, ਉਹ ਕਿਹੜਾ ਉੱਥੇ ਜ਼ੁਬਾਨ ਸਿੱਖਣ ਗਏ ਆ ਜਾਂ ਕੋਈ ਉਹਨਾਂ ਨੇ ਇਮਤਿਹਾਨ ਦੇਣਾ, ਲੇਕਿਨ ਸਕੂਲ ਦੇ ਵਿੱਚ ਤੇ ਫਿਰ ਗ੍ਰਾਮਰ ਆ ਜਾਂਦੀ ਆ ਨਾ ਜਦੋਂ ਕੋਈ ਗ੍ਰਾਮਰ ਪੜ੍ਹਾਏਗਾ ਤੇ। ਲੇਕਿਨ ਉਹਦੇ ਵਿੱਚ ਵੀ ਕੀ ਰੁਕਾਵਟ ਆ? ਜਦੋਂ ਅਸੀਂ ਉਰਦੂ ਪੜ੍ਹਦੇ ਸੀ, ਜੋੜ ਕਰਦੇ ਸੀ, ਲਫ਼ਜ਼ ਬਣਾ ਲੈਂਦੇ ਸੀਗੇ, ਇੱਕ ਫਿਕਰਾ ਉਰਦੂ ਦਾ ਅਸੀਂ ਨਹੀਂ ਬੋਲ ਸਕਦੇ ਸੀ, ਔਰ ਅਗਰ ਅਸੀਂ ਬੋਲਦੇ ਸੀ ਤਾਂ ਸਾਡਾ ਮਜ਼ਾਕ ਉਡਾਇਆ ਜਾਂਦਾ ਸੀ। ਸਾਡੇ ਟੀਚਰ ਨੂੰ ਅਗਰ ਕਦੀ ਕਿਸੇ ਅਫਸਰ ਦੇ ਨਾਲ ਉਰਦੂ ਬੋਲਣੀ ਪੈ ਜਾਂਦੀ ਸੀ, ਸਮਝੋ ਉਹਦੇ ਵਾਸਤੇ ਮੌਤ ਹੀ ਸੀਗੀ। ਹਾਲਾਂਕਿ ਉਹ ਸਾਰਾ ਦਿਨ ਸਾਨੂੰ ਉਰਦੂ ਪੜ੍ਹਾਉਂਦਾ ਸੀ, ਉਹਦੀ ਉਰਦੂ ਬੋਲਣ ਦੀ ਪ੍ਰੈਕਟਿਸ ਹੈ ਨਹੀਂ ਸੀ। ਸੇਮ ਵੇ ਅੰਗਰੇਜ਼ੀ ਹੈ। ਅੱਜ ਵੀ ਤੁਸੀਂ ਦੇਖੋ ਇੰਗਲਿਸ਼ ਮੀਡੀਅਮ ਸਕੂਲਾਂ ਦੀ ਭਰਮਾਰ ਆ, ਲੇਕਿਨ ਕਿਆ ਉਹਨਾਂ ਸਕੂਲਾਂ ਦੇ ਟੀਚਰ ਜਿਹੜੇ ਆ ਉਹ ਬੱਚਿਆਂ ਨਾਲ ਸਹੀ ਅੰਗਰੇਜ਼ੀ ਬੋਲਦੇ? ਨਹੀਂ ਬੋਲਦੇ। ਹੁਣ ਭਾਈਜਾਨ ਇਹ ਕੰਮ ਕੀਤਾ ਜਾਵੇ ਕਿ ਸਾਰੇ ਸਕੂਲਾਂ ਨੂੰ ਪਾਬੰਦ ਕੀਤਾ ਜਾਵੇ ਕਿ ਕਮ ਅਜ਼ ਕਮ ਉਹਨਾਂ ਦੇ ਜਿਹੜੇ ਟੀਚਰ ਆ ਉਹ ਆਇਲਟਸ ਪਾਸ ਹੋਣ। ਆਇਲਟਸ ਦੇ ਵਿੱਚ ਲਿਸਨਿੰਗ ਆ, ਸਪੀਕਿੰਗ ਆ, ਚਲੋ ਰੀਡਿੰਗ ਰਾਈਟਿੰਗ ਵੀ ਹੈ, ਤੇ ਜਦੋਂ ਬੋਲੋਗੇ ਬੱਚਾ ਵੀ ਬੋਲੇਗਾ। ਇਹ ਹੁਣ ਹੀ ਚਲੋ ਕੌਮ ਵਾਸਤੇ ਤੇ ਆਸਾਨ ਕਰ ਦਿਓ ਕਿ ਉਹਨਾਂ ਦੀ ਅਗਲੀ ਮੰਜ਼ਿਲ ਆਸਾਨ ਹੋ ਜਾਵੇ, ਉਹਨਾਂ ਨੂੰ ਨੈੱਟ ਚਲਾਉਣਾ ਆ ਜਾਵੇ, ਉਹਨਾਂ ਨੂੰ ਉਹ ਅੰਗਰੇਜ਼ੀ ਅਦਬ ਤੋਂ ਰੂਸ਼ਨਾਸ ਹੋ ਜਾਣ, ਉਹ ਅੰਗਰੇਜ਼ੀ ਜ਼ੁਬਾਨ ਦੇ ਵਿੱਚ ਜਿਹੜਾ ਇਲਮ ਆ ਉਹ ਉਹਨਾਂ ਨੂੰ ਜਲਦੀ ਸਮਝ ਆਉਣ ਲੱਗ ਪਵੇ। ਗੁਫ਼ਤਗੂ ਥੋੜ੍ਹੀ ਲੰਬੀ ਹੋ ਗਈ ਆ, ਲੇਕਿਨ ਬਹਰਹਾਲ ਇੱਕ ਜ਼ਰੂਰੀ ਗੱਲ ਸੀਗੀ, ਜਿੰਨੇ ਵੀ ਲੋਕਾਂ ਤੱਕ ਪਹੁੰਚੇ। ਲੇਕਿਨ ਮੈਂ ਆਪਣਾ ਫਰਜ਼ ਅਦਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਔਰ ਮੈਂ ਦੁਆ ਗੋਵਾਂ ਕਿ ਸਾਡੇ ਬੱਚੇ ਜਿਹੜੇ ਆ ਉਹ ਇਲਮ ਦੀ ਰਾਹ ਦੇ ਉੱਤੇ ਚੱਲ ਪੈਣ, ਜਿਸ ਤਰੀਕੇ ਨਾਲ ਵੀ ਚੱਲ ਪੈਣ। ਸਭ ਦੀ ਇਨਸ਼ਾ ਅੱਲਾਹ ਤਾਲਾ ਹੀ ਕੋਸ਼ਿਸ਼ ਹੁੰਦੀ ਆ, ਲੇਕਿਨ ਜੋ ਵੀ ਉਹਦੇ ਵਾਸਤੇ ਰਸਤੇ ਅਡਾਪਟ ਕਰਨੇ ਪੈਂਦੇ ਆ, ਉਹਨਾਂ ਲਈ ਮਿਹਨਤ ਦੀ ਜ਼ਰੂਰਤ ਹੈ ਔਰ ਦੁਆ ਦੀ ਵੀ ਜ਼ਰੂਰਤ ਹੈ। ਤੇ ਖਾਸ ਤੌਰ 'ਤੇ ਮੈਨੂੰ ਜਦੋਂ ਦੁਆ ਕਰੋ ਮੈਨੂੰ ਯਾਦ ਰੱਖੋ ਦੁਆ ਵਿੱਚ। ਬਹੁਤ ਸ਼ੁਕਰੀਆ, ਮਿਹਰਬਾਨੀ।